Hello student, myself Rekha Kalra, head PG Department of Computer Science। ਤੁਹਾਡੇ ਸਾਰਿਆਂ ਦਾ ਇਸ ਕਲਾਸ ਦੇ ਵਿੱਚ ਵੈਲਕਮ ਕਰਦੀ ਹਾਂ। ਮੈਂ ਤੁਹਾਨੂੰ C++ ਟੀਚ ਕਰਵਾਵਾਂਗੀ। ਆਪਾਂ ਇਸ ਕਲਾਸ ਦੇ ਅੰਦਰ ਇਹ ਸਿੱਖਾਂਗੇ ਕਿ ਪ੍ਰੋਗਰਾਮਿੰਗ ਕੀ ਹੈ, ਕਿੱਦਾਂ ਆਪਾਂ C++ ਨੂੰ ਇੰਪਲੀਮੈਂਟ ਕਰ ਸਕਦੇ ਹਾਂ। ਬਟ ਸਟਾਰਟਿੰਗ ਆਪਾਂ ਨੂੰ ਇਹਦੇ ਬਾਰੇ ਬੇਸਿਕਸ ਪਤਾ ਹੋਣਾ ਜ਼ਰੂਰੀ ਹੈ ਕਿ ਪ੍ਰੋਗਰਾਮਿੰਗ ਲੈਂਗੁਏਜ ਕੀ ਹੈ, ਇਹਦੀ ਆਪਾਂ ਨੂੰ ਲੋੜ ਕਿਉਂ ਪੈਂਦੀ ਹੈ, ਕਿਉਂ ਆਪਾਂ ਇਸ ਚੀਜ਼ ਨੂੰ ਯੂਜ਼ ਕਰਦੇ ਹਾਂ। ਤਾਂ ਆਪਾਂ ਕੰਪਿਊਟਰ ਤੋਂ ਹੀ ਸਟਾਰਟ ਕਰਦੇ ਹਾਂ। ਤੁਹਾਨੂੰ ਸਭ ਨੂੰ ਪਤਾ ਹੈ ਕਿ ਕੰਪਿਊਟਰ ਜਿਹੜੀ ਹੈ ਉਹ ਇੱਕ ਇਲੈਕਟ੍ਰੋਨਿਕ ਮਸ਼ੀਨ ਹੈ ਜਿਹੜੀ ਕਿ ਇਲੈਕਟ੍ਰੋਨਿਕਲ ਸਿਗਨਲ ਦੇ ਉੱਪਰ ਕੰਮ ਕਰਦੀ ਹੈ, ਮੀਨਸ ਔਨ ਐਂਡ ਔਫ ਦੇ ਉੱਪਰ ਕੰਮ ਕਰਦੀ ਹੈ। ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਣਾ ਕੰਪਿਊਟਰ 0 ਔਰ 1 ਤੋਂ ਬਿਨਾਂ ਕੁਛ ਨਹੀਂ ਸਮਝਦਾ। ਜਦੋਂ ਆਪਾਂ ਕੋਈ ਵੀ ਇਕਵਿਪਮੈਂਟ ਨੂੰ ਔਨ ਕਰਦੇ ਹਾਂ ਉਹਦਾ ਮਤਲਬ ਹੈ ਉਹਦੀ ਵੈਲਿਊ 1 ਹੈ। ਜਦੋਂ ਆਪਾਂ ਉਹਨੂੰ ਔਫ ਕਰ ਦਿੰਦੇ ਹਾਂ ਤਾਂ ਉਹਦੀ ਵੈਲਿਊ 0 ਹੋ ਜਾਂਦੀ ਹੈ। ਤਾਂ ਕੰਪਿਊਟਰ ਦੇ ਅੰਦਰ ਵੀ ਕੁਛ ਇੱਦਾਂ ਹੀ ਸਿਗਨਲ ਪਾਸ ਹੁੰਦੇ ਹੈ। ਆਪਾਂ ਡਿਸਕਸ ਕਰਨਾ ਹੈ ਪ੍ਰੋਗਰਾਮਿੰਗ ਲੈਂਗੁਏਜ। ਤਾਂ ਦੇਖੋ ਪ੍ਰੋਗਰਾਮਿੰਗ ਲੈਂਗੁਏਜ ਦੋ ਵਰਡਸ ਤੋਂ ਮਿਲ ਕੇ ਬਣੀ ਹੈ, ਪ੍ਰੋਗਰਾਮਿੰਗ ਔਰ ਲੈਂਗੁਏਜ। ਤਾਂ ਆਪਾਂ ਨੂੰ ਇਹਨਾਂ ਦੋਨਾਂ ਦੇ ਮੀਨਿੰਗ ਕਲੀਅਰ ਹੋਣੇ ਚਾਹੀਦੇ ਹੈ। ਦੇਖੋ ਫਸਟ ਆਫ ਆਲ ਆਪਾਂ ਡਿਸਕਸ ਕਰਦੇ ਹਾਂ ਕਿ ਲੈਂਗੁਏਜ ਕੀ ਚੀਜ਼ ਹੈ। ਲੈਂਗੁਏਜ ਜਸਟ ਇੱਕ ਕਮਿਊਨੀਕੇਸ਼ਨ ਮੀਡੀਆ ਹੈ ਜਿਹੜਾ ਕਿ ਕੋਈ ਵੀ ਦੋ ਪਰਸਨ, ਦੋ ਐਂਟੀਟੀਜ਼ ਦੇ ਅੰਦਰ ਡਿਸਕਸ਼ਨ ਦੇ ਕੰਮ ਆਉਂਦਾ ਹੈ, ਉਹਨਾਂ ਨੂੰ ਕਮਿਊਨੀਕੇਸ਼ਨ ਕਰਨ ਦੇ ਕੰਮ ਆਉਂਦਾ ਹੈ। ਹੁਣ ਜੇ ਆਪਾਂ ਗੱਲ ਕਰੀਏ ਕਿ ਆਪਾਂ ਕੰਪਿਊਟਰ 'ਤੇ ਕੰਮ ਕਰਨਾ ਹੈ ਤਾਂ ਕੰਪਿਊਟਰ ਇੱਕ ਮਸ਼ੀਨ ਹੈ। ਆਪਾਂ ਕੰਪਿਊਟਰ ਨਾਲ ਕਿੱਦਾਂ ਇੰਟਰੈਕਟ ਕਰ ਸਕਦੇ ਹਾਂ, ਤਾਂ ਉੱਥੇ ਵੀ ਆਪਾਂ ਨੂੰ ਕੋਈ ਨਾ ਕੋਈ ਲੈਂਗੁਏਜ ਚਾਹੀਦੀ ਹੈ। ਹੁਣੇ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਕੰਪਿਊਟਰ ਤਾਂ ਸਿਰਫ ਪਾਵਰ ਦੀ ਭਾਸ਼ਾ ਸਮਝਦਾ ਹੈ, ਔਨ ਐਂਡ ਔਫ। ਤਾਂ ਆਪਾਂ ਜੇ ਇਹ ਕਹੀਏ ਕਿ ਕੰਪਿਊਟਰ ਜਦੋਂ ਇਨੀਸ਼ੀਅਲ ਏਜ ਦੇ ਅੰਦਰ ਸਟਾਰਟ ਹੋਇਆ ਸੀ ਤਾਂ ਉਦੋਂ ਇਹਦੀ ਪੂਰੀ ਵਰਕਿੰਗ 0 ਔਰ 1 ਨਾਲ ਹੀ ਕੀਤੀ ਜਾਂਦੀ ਸੀ, ਜਿਹਨੂੰ ਆਪਾਂ ਕਹਿੰਦੇ ਹਾਂ ਬਾਈਨਰੀ ਲੈਂਗੁਏਜ, ਜਿਹੜੀ ਕਿ ਆਪਣੀ ਮਸ਼ੀਨ ਦੀ ਲੈਂਗੁਏਜ ਹੈ, ਜਿਹਨੂੰ ਮਸ਼ੀਨ ਸਮਝ ਸਕਦੀ ਹੈ। ਬਟ ਆਪਾਂ ਤਾਂ ਉਹਨੂੰ ਨਹੀਂ ਸਮਝ ਸਕਦੇ ਨਾ, ਕਲੀਅਰ। ਉਸ ਤੋਂ ਬਾਅਦ ਉਸ ਲੈਂਗੁਏਜ ਨੂੰ ਥੋੜ੍ਹਾ ਇੰਪਰੂਵ ਕਰਕੇ ਸੈਕਿੰਡ ਲੈਂਗੁਏਜ ਬਣਾਤੀ ਅਸੈਂਬਲੀ ਲੈਂਗੁਏਜ। ਹੁਣ ਅਸੈਂਬਲੀ ਲੈਂਗੁਏਜ ਕੀ ਸੀ ਕਿ ਥੋੜ੍ਹੇ ਜਿਹੇ ਉਹਦੇ ਵਿੱਚ ਸਿੰਬਲਸ ਯੂਜ਼ ਕਰਤੇ ਤਾਂ ਕਿ ਉਹਨਾਂ ਸਿੰਬਲਸ ਨਾਲ ਆਪਾਂ ਨੂੰ ਕਿਸੇ ਕਨਸੈਪਟ ਨੂੰ ਸਮਝਣਾ ਈਜ਼ੀ ਹੋ ਜੇ। ਬਟ ਆਪਣੇ ਜੋ ਆਪਾਂ ਲੈਂਗੁਏਜ ਯੂਜ਼ ਕਰਦੇ ਹਾਂ ਉਹ ਲੈਂਗੁਏਜ ਅਸੈਂਬਲੀ ਲੈਂਗੁਏਜ ਨਹੀਂ ਸੀ। ਦੈਨ ਇਹਨੂੰ ਇਨਹਾਂਸ ਕੀਤਾ। ਨੈਕਸਟ ਲੈਂਗੁਏਜ ਆਪਣੇ ਕੋਲ ਆਈ ਜੋ ਉਹ ਹੈ ਹਾਈ ਲੈਵਲ ਲੈਂਗੁਏਜ। ਹਾਈ ਲੈਵਲ ਲੈਂਗੁਏਜ ਜਿਹੜੀ ਹੈ ਉਹ ਜਸਟ ਆਪਣੀ ਨੋਰਮਲ ਲੈਂਗੁਏਜ ਦੀ ਤਰ੍ਹਾਂ ਹੈ, ਜਿਵੇਂ ਆਪਣੀ ਇੰਗਲਿਸ਼ ਲੈਂਗੁਏਜ। ਜਿਵੇਂ ਹੁਣ ਆਪਾਂ ਇੱਕ ਦੂਸਰੇ ਦੀ ਗੱਲ ਸਮਝਦੇ ਹਾਂ, ਸੇਮ ਉਵੇਂ ਆਪਾਂ ਹਾਈ ਲੈਵਲ ਲੈਂਗੁਏਜ ਯੂਜ਼ ਕਰਦੇ ਹਾਂ। ਦੈਨ ਸੈਕਿੰਡ ਵਰਡ ਹੈ ਆਪਣੇ ਕੋਲ ਪ੍ਰੋਗਰਾਮਿੰਗ। ਪ੍ਰੋਗਰਾਮਿੰਗ ਕੀ ਹੈ? ਆਪਣੀ ਜੋ ਵੀ ਆਪਾਂ ਇੰਸਟਰਕਸ਼ਨ ਕੰਪਿਊਟਰ ਨੂੰ ਦਿੰਦੇ ਹਾਂ ਉਸ ਚੀਜ਼ ਨੂੰ ਆਪਾਂ ਕਿੱਦਾਂ ਲੇਆਊਟ ਕਰਦੇ ਹਾਂ, ਉਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਹਾਂ ਪ੍ਰੋਗਰਾਮਿੰਗ। ਆਪਾਂ ਅੱਗੇ ਇਹਨੂੰ ਡਿਟੇਲ ਡਿਸਕਸ ਕਰਦੇ ਹਾਂ। ਦੇਖੋ ਹੁਣ ਆਪਾਂ ਜੇ ਲੈਂਗੁਏਜ ਦੀ ਗੱਲ ਕਰੀਏ, ਦੇਖੋ ਆਪਾਂ ਜੋ ਲੈਂਗੁਏਜ ਯੂਜ਼ ਕੀਤੀ, ਹੁਣ ਦੇਖੋ ਆਪਾਂ ਜੇ ਯੂਜ਼ ਕਰ ਰਹੇ ਹਾਂ ਹਾਈ ਲੈਵਲ ਲੈਂਗੁਏਜ, ਤਾਂ ਹਾਈ ਲੈਵਲ ਲੈਂਗੁਏਜ ਆਪਾਂ ਇਹ ਕਹਿੰਦੇ ਹਾਂ ਕਿ ਉਹ ਲੈਂਗੁਏਜ ਹੈ ਜਿਹੜੀ ਆਪਾਂ ਨੂੰ ਸਮਝ ਆਉਂਦੀ ਹੈ, ਬਟ ਉਹ ਮਸ਼ੀਨ ਨੂੰ ਤਾਂ ਸਮਝ ਨਹੀਂ ਆ ਰਹੀ ਨਾ। ਦੈਨ ਮਸ਼ੀਨ ਕਿਵੇਂ ਕਮਿਊਨੀਕੇਟ ਕਰਦੀ ਹੈ ਆਪਣੇ ਨਾਲ? ਹੁਣ ਇੱਥੇ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ ਕਿ ਮੰਨ ਲਓ ਆਪਣੇ ਘਰ 'ਚ ਕੋਈ ਫੋਰਨ ਤੋਂ ਕੋਈ ਪਰਸਨ ਆ ਗਿਆ ਜਿਹਦੀ ਲੈਂਗੁਏਜ ਆਪਣੇ ਬਜ਼ੁਰਗ ਨਹੀਂ ਸਮਝ ਪਾ ਰਹੇ, ਬਟ ਆਪਾਂ ਸਮਝ ਲੈਂਦੇ ਹਾਂ। ਆਪਾਂ ਇੰਗਲਿਸ਼ ਈਜ਼ੀਲੀ ਸਮਝ ਲੈਂਦੇ ਹਾਂ, ਬਟ ਬਜ਼ੁਰਗ ਜਿਹੜੇ ਪੰਜਾਬੀ ਬੋਲਦੇ ਆ ਉਹ ਇਹਨੂੰ ਨਹੀਂ ਸਮਝ ਪਾਉਂਦੇ। ਤਾਂ ਉਸ ਕੇਸ 'ਚ ਆਪਾਂ ਕੀ ਕਰਦੇ ਹਾਂ, ਆਪਾਂ ਇੱਕ ਮੀਡੀਏਟਰ ਦਾ ਕੰਮ ਕਰਦੇ ਹਾਂ। ਆਪਾਂ ਇੰਗਲਿਸ਼ ਨੂੰ ਪੰਜਾਬੀ 'ਚ ਕਨਵਰਟ ਕਰਕੇ ਆਪਣੇ ਬਜ਼ੁਰਗਾਂ ਨੂੰ ਸਮਝਾਉਂਦੇ ਹਾਂ, ਪੰਜਾਬੀ ਨੂੰ ਇੰਗਲਿਸ਼ 'ਚ ਕਨਵਰਟ ਕਰਕੇ ਫੋਰਨਰ ਨੂੰ ਸਮਝਾਉਂਦੇ ਹਾਂ। ਤਾਂ ਆਪਾਂ ਕੀ ਕਰਦੇ ਹਾਂ, ਆਪਾਂ ਜਸਟ ਇੱਕ ਟਰਾਂਸਲੇਟਰ ਦਾ ਕੰਮ ਕਰਦੇ ਹਾਂ। ਉਵੇਂ ਹੀ ਆਪਣਾ ਕੰਪਿਊਟਰ ਕੰਮ ਕਰਦਾ ਹੈ। ਹੁਣ ਕੰਪਿਊਟਰ ਵੀ ਲੈਂਗੁਏਜ ਟਰਾਂਸਲੇਟਰ ਯੂਜ਼ ਕਰਦਾ ਹੈ। ਇਹਦੇ ਵਿੱਚ ਕਾਫੀ ਤਰ੍ਹਾਂ ਦੇ ਆਪਾਂ ਟਰਾਂਸਲੇਟਰਸ ਯੂਜ਼ ਕਰ ਸਕਦੇ ਹਾਂ। ਜਿਵੇਂ ਆਪਾਂ ਕਹਿੰਦੇ ਹਾਂ ਕੰਪਾਈਲਰ। ਹੁਣ ਆਪਾਂ C++ ਯੂਜ਼ ਕਰਾਂਗੇ ਤਾਂ C++ ਦੇ ਅੰਦਰ ਆਪਾਂ ਕੰਪਾਈਲਰ ਯੂਜ਼ ਕਰਾਂਗੇ। ਕੰਪਾਈਲਰ ਲੈ ਲਓ, ਤੁਹਾਡਾ ਇੰਟਰਪ੍ਰੇਟਰ ਹੋ ਗਿਆ। ਹੁਣ ਇਹ ਚੀਜ਼ਾਂ ਕੀ ਹੈ ਕਿ ਇਹ ਜਸਟ ਤੁਹਾਡੇ ਹਾਈ ਲੈਵਲ ਲੈਂਗੁਏਜ ਦੇ ਕੋਡ ਨੂੰ ਮਸ਼ੀਨ ਲੈਵਲ ਦੇ ਕੋਡ ਦੇ ਵਿੱਚ ਕਨਵਰਟ ਕਰ ਦਿੰਦੀਆਂ ਹੈ। ਹੁਣ ਪ੍ਰੋਗਰਾਮਿੰਗ ਲੈਂਗੁਏਜ ਦੇ ਅੰਦਰ ਆਪਾਂ ਨੂੰ ਕਰਨਾ ਕੀ ਪਏਗਾ? ਦੇਖੋ ਆਪਾਂ ਫਿਰ ਇੱਥੇ ਬੇਸਿਕਸ 'ਤੇ ਚੱਲਦੇ ਹਾਂ। ਦੇਖੋ ਕੰਪਿਊਟਰ ਦੇ ਦੋ ਕੰਪੋਨੈਂਟ ਹੁੰਦੇ ਆ। ਇੱਕ ਤਾਂ ਕੰਪਿਊਟਰ ਦਾ ਪਾਰਟ ਆ ਗਿਆ ਹਾਰਡਵੇਅਰ, ਇੱਕ ਆ ਗਿਆ ਸੌਫਟਵੇਅਰ। ਹਾਰਡਵੇਅਰ ਜਿਹੜਾ ਕਿ ਆਪਾਂ ਦੇਖ ਸਕਦੇ ਹਾਂ, ਆਪਾਂ ਟੱਚ ਕਰ ਸਕਦੇ ਹਾਂ, ਫਿਜ਼ੀਕਲ ਕੰਪੋਨੈਂਟਸ ਹੋ ਗਏ। ਬਟ ਸੈਕਿੰਡ ਆਪਣੇ ਕੋਲ ਆਉਂਦਾ ਸੌਫਟਵੇਅਰ, ਜਿਹੜਾ ਐਕਚੁਅਲ ਦੇ ਅੰਦਰ ਵਰਕਿੰਗ ਕਰਦਾ ਹੈ ਕਿ ਆਪਣਾ ਕੰਪਿਊਟਰ ਕੰਮ ਕਿਵੇਂ ਕਰੇਗਾ। ਮੀਨਸ ਜੋ ਆਪਾਂ ਉਹਨੂੰ ਇੰਸਟਰਕਸ਼ਨਸ ਦੇਣੀ ਹੈ, ਜਿਹਨੂੰ ਉਹ ਫੋਲੋ ਕਰਕੇ ਹਾਰਡਵੇਅਰ ਤੋਂ ਕੰਮ ਕਰਵਾਏਗਾ। ਹੁਣ ਇਹ ਸੌਫਟਵੇਅਰ ਕੀ ਚੀਜ਼ ਹੈ? ਸੌਫਟਵੇਅਰ ਬੇਸਿਕਲੀ ਆਪਣਾ ਗਰੁੱਪ ਆਫ ਇੰਸਟਰਕਸ਼ਨਸ ਹੈ।
ਪਹਿਲਾਂ ਆਪਾਂ ਕੀ ਕਰਦੇ ਹਾਂ, ਪ੍ਰੋਗਰਾਮ ਕ੍ਰੀਏਟ ਕਰਦੇ ਹਾਂ। ਪ੍ਰੋਗਰਾਮ ਮੀਨਸ ਕਿ ਆਪਾਂ ਕਿਸੇ ਇੱਕ ਪਰਟੀਕੂਲਰ ਕੰਮ ਨੂੰ ਕਰਨ ਵਾਸਤੇ ਉਹਦੇ ਵਾਸਤੇ ਆਪਾਂ ਨੂੰ ਜਿੰਨੀਆਂ ਵੀ ਸਟੇਟਮੈਂਟ ਚਾਹੀਦੀਆਂ, ਜਿੰਨੀਆਂ ਵੀ ਲਾਈਨਾਂ ਚਾਹੀਦੀਆਂ, ਆਪਾਂ ਸਭ ਨੂੰ ਇਕੱਠਾ ਕਰਤਾ। ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਾਂ 2 ਨੰਬਰ ਦਾ ਸਮ ਕਰਨਾ ਹੈ, ਤਾਂ ਆਪਾਂ ਨੂੰ 2 ਨੰਬਰ ਚਾਹੀਦੇ ਹੈ, ਫਿਰ ਆਪਾਂ ਉਹਨਾਂ ਦਾ ਸਮ ਕਰਾਂਗੇ। ਕਲੀਅਰ? ਤਾਂ ਆਪਣੀਆਂ ਜਿਹੜੀਆਂ ਇਹ 2-3 ਲਾਈਨਾਂ ਹੈ ਕਿ ਆਪਾਂ 2 ਨੰਬਰ ਲਏ, 1 ਨੰਬਰ ਲਿਆ, ਫਿਰ ਦੂਸਰਾ ਨੰਬਰ ਲਿਆ, ਫਿਰ ਸਮ ਕੀਤਾ, ਤਾਂ ਆਪਣੀਆਂ ਇਹ 3 ਲਾਈਨਾਂ ਨੂੰ ਜੋੜ ਕੇ ਆਪਣਾ ਇੱਕ ਪ੍ਰੋਗਰਾਮ ਬਣ ਗਿਆ। ਹੁਣ ਕੁਛ ਲਾਰਜ ਸਕੇਲ ਪ੍ਰੋਗਰਾਮ ਹੁੰਦੇ ਆ, ਕੁਛ ਵੱਡੇ ਪ੍ਰੋਗਰਾਮ ਹੁੰਦੇ ਆ। ਜਿਵੇਂ ਆਪਾਂ ਕਹਿੰਦੇ ਹਾਂ ਕਿ ਇੱਕ ਸਕੂਲ ਦੇ ਅੰਦਰ, ਇੱਕ ਬੈਂਕ ਦੇ ਅੰਦਰ ਸਿਸਟਮ ਚੱਲ ਰਿਹਾ, ਤਾਂ ਉਹਦੇ ਅੰਦਰ ਤੁਸੀਂ ਦੇਖੋ ਹੁਣ ਬੈਂਕ ਐਮਪਲੋਈ ਕਿੰਨੇ ਬੈਠੇ ਹੁੰਦੇ ਆ, ਸਭ ਅਲੱਗ-ਅਲੱਗ ਯੂਨਿਟ 'ਤੇ ਕੰਮ ਕਰ ਰਹੇ ਆ, ਬਟ ਉਹ ਸਭ ਇੱਕ ਪ੍ਰੋਗਰਾਮ ਐਗਜ਼ੀਕਿਊਟ ਕਰ ਰਹੇ ਹੈ। ਬਟ ਜਿਹੜਾ ਬੈਂਕ ਦਾ ਮਤਲਬ ਆਪਾਂ ਇਹ ਕਹੀਏ ਕਿ ਪੂਰਾ ਵੱਡਾ ਪ੍ਰੋਗਰਾਮ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਸੋਫਟਵੇਅਰ। ਇਟ ਮੀਨ ਆਪਣਾ ਜਿਹੜਾ ਕੋਈ ਇੱਕ ਪਰਟੀਕੂਲਰ ਓਬਜੈਕਟਿਵ ਨੂੰ ਪੂਰਾ ਕਰ ਸਕਦਾ ਹੈ, ਇੱਕ ਕੰਪਲੀਟ ਐਂਟਿਟੀ, ਉਹਨੂੰ ਆਪਾਂ ਕੀ ਕਵਾਂਗੇ, ਸੋਫਟਵੇਅਰ। ਪ੍ਰੋਗਰਾਮਸ ਦੀ ਗਰੁੱਪਿੰਗ ਹੀ ਸੋਫਟਵੇਅਰ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇੱਕ ਲੈਂਥੀ ਪ੍ਰੋਗਰਾਮ, ਜਾਂ ਜਦੋਂ ਆਪਾਂ ਇਹ ਕਹੀਏ ਕਿ ਇੱਕ ਕਿਸੇ ਵੀ ਪਰਪਜ਼ ਨੂੰ ਸੋਲਵ ਕਰਨ ਵਾਸਤੇ ਆਪਾਂ ਕਈ ਛੋਟੇ ਪ੍ਰੋਗਰਾਮਸ ਦੀ ਕੰਬੀਨੇਸ਼ਨ ਕਰਤੀ, ਉਹਨਾਂ ਨੂੰ ਕੰਬਾਈਨ ਕਰਤਾ, ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹਾਂ, ਸੋਫਟਵੇਅਰ। ਦੈਨ ਪ੍ਰੋਗਰਾਮਰ ਕੀ ਚੀਜ਼ ਹੈ? ਹੁਣ ਜਿਹੜਾ ਪਰਸਨ ਇਹ ਸਾਰੇ ਕੰਮ ਕਰ ਸਕਦਾ ਹੈ ਕਿਸੇ ਵੀ ਇੱਕ ਲੈਂਗੁਏਜ ਨੂੰ ਯੂਜ਼ ਕਰਕੇ, ਜਿਹੜੀ ਕੰਪਿਊਟਰ ਨੂੰ ਸਮਝ ਆਉਂਦੀ ਹੈ, ਉਹਦੇ ਅੰਦਰ ਪ੍ਰੋਗਰਾਮ ਕ੍ਰੀਏਟ ਕੀਤਾ, ਸੋਫਟਵੇਅਰ ਬਣਾਇਆ, ਇਹ ਕੰਮ ਜੋ ਪਰਸਨ ਕਰ ਰਿਹਾ ਹੈ ਉਸ ਪਰਸਨ ਨੂੰ ਆਪਾਂ ਕੀ ਕਹਿੰਦੇ ਹਾਂ, ਪ੍ਰੋਗਰਾਮਰ। ਦੈਨ ਆਪਣੇ ਕੋਲ ਆਉਂਦਾ ਹੈ ਕਿ ਪ੍ਰੋਗਰਾਮਿੰਗ ਲੈਂਗੁਏਜ ਦੇ ਅੰਦਰ ਆਪਾਂ ਦੇਖੋ ਆਪਾਂ ਕਰਨਾ C++। ਹੁਣ C++ ਜਿਹੜੀ ਹੈ ਉਹ ਇੱਕ ਹਾਈ ਲੈਵਲ ਲੈਂਗੁਏਜ ਹੈ। ਹਾਈ ਲੈਵਲ ਲੈਂਗੁਏਜ ਮੀਨਸ ਕਿ ਆਪਾਂ ਆਪਣਾ ਪ੍ਰੋਗਰਾਮ ਉਸ ਲੈਂਗੁਏਜ ਵਿੱਚ ਲਿਖਾਂਗੇ ਜਿਹੜੀ ਆਪਾਂ ਨੂੰ ਸਮਝ ਆਏਗੀ। ਆਪਣਾ ਕੰਪਾਈਲਰ ਆਪਣੇ ਕੋਡ ਨੂੰ ਮਸ਼ੀਨ ਕੋਡ ਦੇ ਅੰਦਰ ਕਨਵਰਟ ਕਰੇਗਾ। ਜਦੋਂ ਆਪਣਾ ਡਾਟਾ ਮਸ਼ੀਨ ਕੋਡ 'ਚ ਕਨਵਰਟ ਹੋ ਜਾਂਦਾ ਹੈ ਤਾਂ ਉਹਨੂੰ ਆਪਣੀ ਮਸ਼ੀਨ ਐਗਜ਼ੀਕਿਊਟ ਕਰ ਸਕਦੀ ਹੈ, ਆਪਣਾ ਕੰਪਿਊਟਰ ਐਗਜ਼ੀਕਿਊਟ ਕਰ ਸਕਦਾ ਹੈ। ਇਟ ਮੀਨ ਇਹ ਉਹ ਲੈਂਗੁਏਜ ਹੈ ਜਿਹੜੀ ਹਿਊਮਨ ਜਿਹਨੂੰ ਐਕਸੈਸ ਕਰਕੇ ਆਪਣੀ ਵਰਕਿੰਗ ਕਰਵਾ ਸਕਦਾ ਹੈ। ਕਿਸੇ ਵੀ ਕੋਈ ਵੀ ਆਪਾਂ ਕੰਮ ਕਰਵਾਉਣਾ ਕੰਪਿਊਟਰ ਤੋਂ, ਤਾਂ ਉਹਦੇ ਵਾਸਤੇ ਆਪਾਂ ਕਿਸੇ ਵੀ ਲੈਂਗੁਏਜ ਦੇ ਵਿੱਚ ਇੰਸਟਰਕਸ਼ਨ ਦੇ ਸਕਦੇ ਹਾਂ। ਜਿਵੇਂ C++ ਬਹੁਤ ਅੱਛੀ ਲੈਂਗੁਏਜ ਹੈ ਜਿਹਦੇ ਨਾਲ ਆਪਾਂ ਕੰਪਿਊਟਰ ਨਾਲ ਕਮਿਊਨੀਕੇਟ ਕਰ ਸਕਦੇ ਹਾਂ, ਇੱਕ ਬੇਸਿਕ ਲੈਂਗੁਏਜ ਹੈ। ਹੁਣ ਕੰਪਿਊਟਰ ਦੇ ਪ੍ਰੋਗਰਾਮ ਜੇ ਆਪਾਂ ਹਾਈ ਲੈਵਲ ਲੈਂਗੁਏਜ ਕਹੀਏ ਤਾਂ ਹਾਈ ਲੈਵਲ ਲੈਂਗੁਏਜ ਜਿਵੇਂ ਮੈਂ ਤੁਹਾਨੂੰ ਵਾਰ-ਵਾਰ ਦੱਸ ਰਹੀ ਹਾਂ ਕਿ ਇੰਗਲਿਸ਼ ਲੈਂਗੁਏਜ ਦੀ ਤਰ੍ਹਾਂ ਹੈ। ਜੇ ਹੁਣ ਆਪਾਂ ਇੰਗਲਿਸ਼ ਦੀ ਗੱਲ ਕਰੀਏ ਤਾਂ ਇੰਗਲਿਸ਼ ਨੂੰ ਆਪਾਂ ਕਿੱਦਾਂ ਲਰਨ ਕਰਦੇ ਹਾਂ? ਦੇਖੋ ਤੁਸੀਂ ਇੰਗਲਿਸ਼ ਨੂੰ ਸਿੱਖਣ ਵਾਸਤੇ ਅਲਫਾਬੈਟ ਸਿੱਖੇ, ਉਹਨਾਂ ਨੂੰ ਜੋੜ ਕੇ ਤੁਸੀਂ ਵਰਡਸ ਬਣਾਏ, ਵਰਡਸ ਤੋਂ ਫਿਰ ਤੁਸੀਂ ਸੈਂਟੈਂਸ ਬਣਾਉਣੇ ਸਿੱਖੇ, ਤੁਹਾਡੀ ਵੋਕੈਬਲਰੀ ਬਣੀ, ਮਤਲਬ ਉਹਦੇ ਕੁਛ ਵਰਡਸ ਤੁਹਾਡੇ ਕੋਲ ਆ ਗਏ, ਤੁਸੀਂ ਇੱਕ ਲਾਈਨ ਕਰਕੇ ਇੱਕ ਪੈਰਾਗ੍ਰਾਫ ਕ੍ਰੀਏਟ ਕੀਤਾ। ਦੈਨ ਤੁਹਾਡੀ ਲੈਂਗੁਏਜ ਜਿਹੜੀ ਹੈ ਉਹ ਸਟਰੋਂਗ ਹੋ ਗਈ ਅਤੇ ਉਸ ਲੈਂਗੁਏਜ ਦੇ ਅੰਦਰ ਤੁਸੀਂ ਕਮਿਊਨੀਕੇਟ ਕਰਨਾ ਸ਼ੁਰੂ ਕਰਤਾ। ਸੇਮ ਐਵੇਂ ਹੀ ਜਦੋਂ ਆਪਾਂ ਕੰਪਿਊਟਰ ਦੇ ਅੰਦਰ C++ ਪ੍ਰੋਗਰਾਮਿੰਗ ਨੂੰ ਰਨ ਕਰਨਾ ਹੈ ਤਾਂ ਆਪਾਂ ਨੂੰ ਇੰਗਲਿਸ਼ ਲੈਂਗੁਏਜ ਦੀ ਤਰ੍ਹਾਂ ਹੀ ਇਹਨੂੰ ਸਿੱਖਣਾ ਪਏਗਾ। ਮੀਨਸ ਇਹਦੇ ਵਿੱਚ ਕਿਹੜੇ ਕਰੈਕਟਰ ਯੂਜ਼ ਕਰ ਸਕਦੇ ਹਾਂ, ਇਹਦੇ ਅਲਫਾਬੈਟਸ ਕੀ ਹੈ, ਕਲੀਅਰ, ਇਹਦੇ ਵਰਡਸ ਕਿਹੜੇ ਆਪਾਂ ਯੂਜ਼ ਕਰਦੇ ਹਾਂ, ਕਿਸ ਵਰਡ ਦਾ ਕੀ ਮੀਨਿੰਗ ਹੁੰਦਾ ਹੈ। ਹੁਣ ਆਪਾਂ ਜਿਵੇਂ ਇਹ ਕਹਿੰਦੇ ਹਾਂ ਕਿ ਆਪਾਂ ਆਪਣੇ ਨਾਮ ਹੈ, ਆਪਣੇ ਨਾਮਸ ਦੇ ਤਾਂ ਕੋਈ ਮੀਨਿੰਗ ਨਹੀਂ ਹੁੰਦੇ ਨਾ, ਕਿਸੇ ਦਾ ਕੋਈ ਨਾਮ ਰੱਖਿਆ ਹੋਇਆ, ਬਟ ਆਪਾਂ ਨੂੰ ਇਹ ਤਾਂ ਪਤਾ ਹੁੰਦਾ ਨਾ ਕਿ ਆਪਾਂ ਕੁਛ ਇੱਕ ਵਰਡ ਹੈ ਜਿਹੜੇ ਨੇਮ ਦੀ ਜਗ੍ਹਾ ਯੂਜ਼ ਕਰ ਸਕਦੇ ਹਾਂ। ਤਾਂ ਇੱਦਾਂ ਦੇ ਬਹੁਤ ਸਾਰੇ ਰੂਲ ਹੁੰਦੇ ਆ ਜਿਹੜੇ ਆਪਾਂ 1 ਬਾਏ 1 ਡਿਸਕਸ ਕਰਾਂਗੇ। ਹੁਣ ਆਪਣੇ ਕੋਲ ਪਹਿਲਾਂ ਤੋਂ ਲੈਂਗੁਏਜ ਚੱਲ ਰਹੀ ਸੀ ਸੀ ਆਪਾਂ ਨੂੰ ਪਤਾ ਹੈ ਕਿ ਡੈਨਿਸ ਰਿਚਾਈ ਨੇ ਡਿਵੈਲਪ ਕੀਤੀ ਸੀਗੀ। ਹੁਣ ਡੈਨਿਸ ਰਿਚਾਈ ਨੇ ਜਿਹੜੀ ਲੈਂਗੁਏਜ ਕ੍ਰੀਏਟ ਕੀਤੀ ਸੀ ਜਿਹੜੀ ਸੀ ਉਹ ਪ੍ਰੋਸੀਜਰ ਓਰੀਐਂਟਡ ਲੈਂਗੁਏਜ ਸੀਗੀ। ਪ੍ਰੋਸੀਜਰ ਓਰੀਐਂਟਡ ਮਤਲਬ ਕਿ ਜਦੋਂ ਉੱਥੇ ਆਪਾਂ ਕੋਈ ਵੱਡਾ ਸੋਫਟਵੇਅਰ ਬਣਾਉਣਾ ਹੁੰਦਾ ਸੀ, ਕੋਈ ਵੱਡਾ ਪ੍ਰੋਗਰਾਮ ਬਣਾਉਣਾ ਹੁੰਦਾ ਸੀ, ਤਾਂ ਆਪਾਂ ਉਹਨੂੰ ਛੋਟੇ ਪਾਰਟਸ 'ਚ ਵੰਡ ਦਿੰਦੇ ਸੀ, ਡੀਕੰਪੋਜ਼ ਕਰ ਦਿੰਦੇ ਸੀਗੇ। ਛੋਟੇ ਪਾਰਟਸ ਮੀਨਸ ਅਲੱਗ-ਅਲੱਗ ਫੰਕਸ਼ਨ ਬਣਾ ਦਿੰਦੇ ਸੀ। ਜਿਵੇਂ ਮੰਨ ਲਓ ਕੈਲਕੂਲੇਟਰ ਹੈ ਤਾਂ ਕੈਲਕੂਲੇਟਰ ਨੇ ਕਈ ਕੰਮ ਕਰਨੇ ਆ, ਪਲੱਸ ਮਾਈਨਸ ਡਿਵਾਈਡ ਮਲਟੀਪਲਾਈ, ਤਾਂ ਹਰੇਕ ਚੀਜ਼ ਦਾ ਅਲੱਗ-ਅਲੱਗ ਫੰਕਸ਼ਨ ਬਣਾਤਾ, ਬਾਅਦ 'ਚ ਉਹਨਾਂ ਨੂੰ ਮਰਜ ਕਰਤਾ ਤਾਂ ਆਪਣਾ ਕੰਮ ਈਜ਼ੀ ਹੋ ਜਾਂਦਾ ਸੀ। ਬਟ C++ ਜਿਹੜੀ ਹੈ C++ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਹੈ। ਆਬਜੈਕਟ ਓਰੀਐਂਟਡ ਮਤਲਬ ਕਿ ਇਹਦੇ ਅੰਦਰ ਇਹ ਫੁੱਲ ਐਂਡ ਫਲੈਸ਼ ਐਂਟਿਟੀ 'ਤੇ ਕੰਮ ਕਰਦਾ ਹੈ ਜਿਹਦੀਆਂ ਆਪਣੀਆਂ ਪ੍ਰੋਪਰਟੀਜ਼ ਅਤੇ ਆਪਣੀ ਫੰਕਸ਼ਨੈਲਿਟੀਜ਼ ਹੁੰਦੀਆਂ। ਤਾਂ ਆਪਾਂ ਕਈ ਆਬਜੈਕਟ ਦੇ ਸੇਮ ਫੀਚਰ ਦੇ ਨਾਲ ਐਂਟਿਟੀਜ਼ ਕ੍ਰੀਏਟ ਕਰਕੇ ਕੰਮ ਕਰ ਸਕਦੇ ਹਾਂ। ਉਹਦੇ 'ਚ ਕੀ ਹੈ ਕਿ ਆਪਣੀ ਡਾਟਾ ਰਿਪੀਟੇਸ਼ਨ ਨਹੀਂ ਹੁੰਦੀ ਅਤੇ ਰੀਯੂਜ਼ ਆਪਾਂ ਜ਼ਿਆਦਾ ਕਰ ਲੈਂਦੇ ਹਾਂ। ਹੋਰ ਬਹੁਤ ਸਾਰੇ ਫੀਚਰ ਆਪਾਂ ਨੂੰ ਊਪਸ ਦੇ ਨਾਲ ਮਿਲਦੇ ਹੈ। ਹੁਣ C++ ਆਪਣੀ ਜਿਹੜੀ ਹੈ ਉਹ ਬਿਜ਼ਨਸ ਸਟਾਰਟਅਪ ਨੇ ਸਟਾਰਟ ਕੀਤੀ। ਐਕਚੁਅਲ ਦੇ ਅੰਦਰ ਇਹ USA ਦੀ ਇੱਕ ਲੈਬੋਰੇਟਰੀ ਹੈ AT&T ਬੈਲ ਨਾਮ ਦੀ, ਜਿੱਥੇ C ਡਿਵੈਲਪ ਹੋਈ ਸੀ ਅਤੇ C ਨੂੰ ਹੀ ਇਨਹਾਂਸ ਕਰਕੇ C++ ਬਣਾਤਾ।
ਤਾਂ ਹੀ ਇਹਨੂੰ ਮਤਲਬ ਇਹਦਾ ਨਾਮ ਵੀ ਜਿਹੜਾ ਹੈ ਉਹ C++ ਰੱਖਿਆ। ਕਿਉਂ? ਕਿਉਂਕਿ ਇਹ C ਦਾ ਹੀ ਇਨਹਾਂਸ ਵਰਜ਼ਨ ਹੈ। ਹੁਣ ਹਰੇਕ ਚੀਜ਼ ਦੇ ਆਪਣੇ ਕੁਝ ਫੀਚਰ ਹੁੰਦੇ ਆ। ਤੁਸੀਂ ਲੈ ਲਓ ਕਿ ਤੁਸੀਂ ਮੋਬਾਈਲ ਪਰਚੇਜ਼ ਕਰਦੇ ਹੋ ਤਾਂ ਮੋਬਾਈਲ ਦੇ ਆਪਣੇ ਕੁਝ ਫੀਚਰਸ ਹੈ। ਤੁਸੀਂ ਕੋਈ ਵੀ ਇਕਵਿਪਮੈਂਟ, ਤੁਸੀਂ ਕੋਈ LED ਲੈਣੀ ਹੈ, ਤੁਸੀਂ AC ਪਰਚੇਜ਼ ਕਰਨਾ ਹੈ, ਤਾਂ ਕੋਈ ਵੀ ਚੀਜ਼ ਜਦੋਂ ਤੁਸੀਂ ਲੈਂਦੇ ਹੋ ਤਾਂ ਉਹਦੇ ਆਪਣੀ ਕੁਝ ਕੁਆਲਿਟੀਜ਼, ਆਪਣੇ ਫੀਚਰਸ ਹੁੰਦੇ ਹੈ। ਤਾਂ C++ ਦੇ ਵੀ ਆਪਣੇ ਕੁਝ ਫੀਚਰ ਹੈ ਜਿਹਦੇ ਅੰਦਰ, ਜਿਵੇਂ ਹੁਣ ਆਪਾਂ ਇਹ ਕਹੀਏ ਕਿ ਇਹ ਬਹੁਤ ਹੀ ਸਿੰਪਲ ਜੀ ਲੈਂਗੁਏਜ ਹੈ। ਸਿੰਪਲ ਬੇਸਿਕ ਕੋਡ ਆਪਾਂ ਇਹਦੇ 'ਚ ਯੂਜ਼ ਕਰਦੇ ਹਾਂ, ਜਿਹਦੇ ਨਾਲ ਆਪਣਾ ਇਹਨੂੰ ਲਰਨ ਕਰਨਾ, ਇਹਨੂੰ ਮੈਨੇਜ ਕਰਨਾ ਈਜ਼ੀ ਹੈ। ਸਿੰਟੈਕਸ ਆਪਾਂ ਕਹਿੰਦੇ ਹਾਂ ਕਿ ਕੁਝ ਚੀਜ਼ਾਂ ਆਪਣੇ ਕੋਲ ਪ੍ਰੀ ਡਿਫਾਈਨਡ ਹੁੰਦੀਆਂ। ਪ੍ਰੀ ਡਿਫਾਈਨਡ ਮਤਲਬ ਕਿ ਜਿਵੇਂ ਆਪਾਂ ਇਹ ਕਹੀਏ ਕਿ ਆਪਾਂ ਜਦੋਂ ਇੰਗਲਿਸ਼ ਦੇ ਅੰਦਰ ਕੰਮ ਕਰਦੇ ਹਾਂ ਤਾਂ ਆਪਾਂ ਨੂੰ ਟੈਂਸਿਸ ਮਿਲਦੇ ਆ, ਗ੍ਰਾਮਰ ਮਿਲਦੀ ਹੈ ਕਿ ਆਪਾਂ ਜੋ ਰੂਲ ਆਪਾਂ ਨੂੰ ਮਿਲ ਗਏ ਆਪਾਂ ਉਸ ਰੂਲ ਦੇ ਅਕੋਰਡਿੰਗ ਹੀ ਕੰਮ ਕਰਨਾ। ਤਾਂ ਸਿੰਟੈਕਸ ਤੋਂ ਮਤਲਬ ਕੀ ਹੈ ਇੱਥੇ? ਰੂਲਸ, ਕਿ ਤੁਸੀਂ ਰੂਲਸ ਨੂੰ ਫੋਲੋ ਕਰਦੇ ਹੋ, ਉਹਦੇ ਅਕੋਰਡਿੰਗ ਕੰਮ ਕਰਦੇ ਹੋ। ਦੈਨ ਆਪਣੇ ਕੋਲ ਆ ਗਿਆ ਕੇਸ ਸੈਂਸਿਟਿਵ ਵਰਡ ਤੋਂ ਮਤਲਬ ਹੁੰਦਾ ਹੈ ਜਿਵੇਂ ਆਪਣੇ ਅਲਫਾਬੈਟਸ ਦੇ ਅੰਦਰ ਸਮੋਲ ਔਰ ਕੈਪੀਟਲ ਲੈਟਰ। ਹੁਣ ਕੁਝ ਲੈਂਗੁਏਜ ਹੁੰਦੀਆਂ ਜਿਹੜੀਆਂ ਸਮੋਲ ਔਰ ਕੈਪੀਟਲ ਨੂੰ ਸੇਮ ਸਮਝਦੀਆਂ, ਬਟ ਜਿਹੜੀ C++ ਹੈ ਉਹ ਕੇਸ ਸੈਂਸਿਟਿਵ ਲੈਂਗੁਏਜ ਹੈ। ਇਹਦੇ ਅੰਦਰ ਜੇ ਤੁਸੀਂ ਕੈਪੀਟਲ A ਲਿਖੋਗੇ ਔਰ ਸਮੋਲ A ਲਿਖੋਗੇ ਤਾਂ ਦੋਨਾਂ ਦੇ ਅੰਦਰ ਡਿਫਰੈਂਸ ਹੈ। ਕਿਉਂ? ਕਿਉਂਕਿ ਮਸ਼ੀਨ ਜਿਹੜੀ ਹੈ ਉਹ ਆਪਣਾ ਕੰਪਾਈਲਰ ਜਿਹੜਾ ਹੈ ਉਹ ਉਹਨੂੰ ਅਸਕਾਈ ਵੈਲਿਊ ਨਾਲ ਪੜ੍ਹਦਾ ਹੈ। ਜਿੱਥੇ ਆਪਣੀ ਕੈਪੀਟਲ A ਦੀ ਅਸਕਾਈ ਵੈਲਿਊ 65 ਹੁੰਦੀ ਹੈ, ਉੱਥੇ ਹੀ ਆਪਣੀ ਸਮੋਲ A ਦੀ ਅਸਕਾਈ ਵੈਲਿਊ 97 ਹੁੰਦੀ ਹੈ। ਤਾਂ ਜਦੋਂ ਆਪਾਂ ਮਸ਼ੀਨ ਲੈਵਲ 'ਤੇ ਜਾ ਕੇ ਇਹਨੂੰ ਰੀਡ ਕਰਾਂਗੇ ਤਾਂ ਦੋਨਾਂ ਦੇ ਅੰਦਰ ਡਿਫਰੈਂਸ ਆ ਜਾਏਗਾ। ਤਾਂ ਇਹ ਚੀਜ਼ ਸੀ ਆਪਣੀ ਕੇਸ ਸੈਂਸਿਟਿਵ। ਦੈਨ ਆਪਣੇ ਕੋਲ ਆਉਂਦਾ ਪਲੈਟਫਾਰਮ ਇੰਡੀਪੈਂਡੈਂਟ। ਪਲੈਟਫਾਰਮ ਆਪਾਂ ਕਹਿ ਸਕਦੇ ਹਾਂ ਕਿ ਆਪਰੇਟਿੰਗ ਸਿਸਟਮ। ਜਿਵੇਂ ਹੁਣ ਤੁਸੀਂ ਸੁਣਿਆ ਹੋਣਾ ਹੈ ਕਿ ਜਿਵੇਂ ਆਈਫੋਨ ਦੀ ਵੀ ਗੱਲ ਕਰਦੇ ਹਾਂ ਆਪਾਂ, i6 ਹੈ, i7 ਹੈ, i3 ਹੈ, ਮਤਲਬ ਕਿਹੜਾ ਆਪਾਂ ਹਾਰਡਵੇਅਰ ਯੂਜ਼ ਕਰ ਰਹੇ ਹਾਂ। ਦੈਨ ਆਪਣੇ ਕੋਲ ਆਉਂਦਾ ਕਿ ਵਿੰਡੋ ਕਿਹੜੀ ਇੰਸਟਾਲ ਕਰਦੇ ਹੋ, ਮੀਨਸ ਆਪਰੇਟਿੰਗ ਸਿਸਟਮ, ਕਿ ਤੁਸੀਂ ਵਿੰਡੋ XI ਯੂਜ਼ ਕਰ ਰਹੇ ਹੋ, ਵਿੰਡੋ XP ਯੂਜ਼ ਕਰ ਰਹੇ ਹੋ, ਵਿੰਡੋ ਵਿਸਟਾ ਯੂਜ਼ ਕਰ ਰਹੇ ਹੋ, ਹੈ ਨਾ। ਤਾਂ ਪਲੈਟਫਾਰਮ ਤੋਂ ਮਤਲਬ ਹੈ ਕਿ ਕੋਈ ਵੀ ਹਾਰਡਵੇਅਰ ਔਰ ਕੋਈ ਵੀ ਸੋਫਟਵੇਅਰ ਦੇ ਆਪਰੇਟਿੰਗ ਸਿਸਟਮ ਦੇ ਉੱਪਰ ਆਪਾਂ ਇਹਨੂੰ ਐਗਜ਼ੀਕਿਊਟ ਕਰ ਸਕਦੇ ਹਾਂ। ਆਬਜੈਕਟ ਓਰੀਐਂਟਿਡ ਆਪਾਂ ਡਿਸਕਸ ਕਰ ਚੁੱਕੇ ਹਾਂ। ਇਹ ਪੁਆਇੰਟਰਸ ਨੂੰ ਯੂਜ਼ ਕਰਦਾ ਹੈ। ਪੁਆਇੰਟਰ ਮਤਲਬ ਕਿ ਆਪਾਂ ਮੈਮਰੀ ਐਡਰੈਸਿਸ 'ਤੇ ਜਾ ਕੇ ਵੀ ਇਹਨੂੰ ਯੂਜ਼ ਕਰ ਸਕਦੇ ਹਾਂ। ਹੁਣ C++ ਦੇ ਅੰਦਰ ਇੱਕ ਬਹੁਤ ਵੱਡਾ ਫੀਚਰ ਹੈ ਕਿ ਇਹਦੇ ਕੋਲ ਬਹੁਤ ਹਿਊਜ ਲਾਇਬ੍ਰੇਰੀ ਹੈ, ਅੱਛੀ ਲਾਇਬ੍ਰੇਰੀ ਹੈ। ਮੀਨਸ ਇਨਬਿਲਟ ਕੰਪੋਨੈਂਟ ਆਪਾਂ ਨੂੰ ਬਹੁਤ ਜ਼ਿਆਦਾ ਮਿਲਦੇ ਆ। ਬਹੁਤ ਸਾਰੀਆਂ ਚੀਜ਼ਾਂ ਐਵੇਂ ਦੀਆਂ ਜਿਹੜੀਆਂ ਆਪਾਂ ਨੂੰ ਡਿਵੈਲਪਰ ਨੇ ਹੀ ਦਿੱਤੀਆਂ ਹੋਈਆਂ, ਜਿਹੜੀਆਂ ਜਸਟ ਆਪਾਂ ਯੂਜ਼ ਕਰਨੀਆਂ, ਆਪਾਂ ਨੂੰ ਕ੍ਰੀਏਟ ਕਰਨ ਦੀ ਲੋੜ ਨਹੀਂ। ਤਾਂ ਉਸ ਚੀਜ਼ ਦਾ ਆਪਾਂ ਨੂੰ ਬਹੁਤ ਬੈਨੀਫਿਟ ਮਿਲਦਾ ਹੈ। C++ ਜਿਹੜੀ ਹੈ ਉਹ ਕੰਪਾਈਲਰ ਬੇਸਡ ਲੈਂਗੁਏਜ ਹੈ। ਇਹਦੇ ਵਾਸਤੇ ਆਪਾਂ ਕੰਪਾਈਲਰ ਯੂਜ਼ ਕਰਦੇ ਹਾਂ। ਤੁਸੀਂ ਬੜਾ ਈਜ਼ੀਲੀ ਅਵੇਲੇਬਲ ਹੈ ਟਰਬੋ C ਯੂਜ਼ ਕਰ ਸਕਦੇ ਹੋ। ਹੁਣ ਇਹ ਸਾਰੇ ਆਪਣੇ ਕੋਲ ਇਹ ਬੜਾ ਫਾਸਟ ਐਂਡ ਐਫੀਸ਼ੀਐਂਟ ਪ੍ਰੋਗਰਾਮ ਬਣਦੇ ਆ ਇਹਦੇ ਵਿੱਚ। ਜਦੋਂ ਇੰਨੀਆਂ ਸਾਰੀਆਂ ਕੁਆਲਿਟੀਜ਼ ਇੱਕ ਚੀਜ਼ ਦੇ ਅੰਦਰ ਆਉਂਦੀਆਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਬਹੁਤ ਹੀ ਪਾਵਰਫੁਲ ਐਂਡ ਬੈਸਟ ਲੈਂਗੁਏਜ ਹੈ, ਜਿਹੜੀ ਕਿ ਇਨੀਸ਼ੀਅਲ ਲੈਵਲ 'ਤੇ ਤੁਸੀਂ ਪ੍ਰੋਗਰਾਮਿੰਗ ਸਿੱਖਣ ਵਾਸਤੇ ਯੂਜ਼ ਕਰ ਸਕਦੇ ਹੋ। ਦੈਨ ਕੋਈ ਵੀ ਆਪਾਂ ਪ੍ਰੋਗਰਾਮਿੰਗ ਕਰਨੀ ਹੈ ਤਾਂ ਉਹਦੇ ਵਾਸਤੇ ਆਪਾਂ ਸੋਫਟਵੇਅਰ ਡਿਵੈਲਪਮੈਂਟ ਦੀ ਜਿਹੜਾ ਲਾਈਫ ਸਾਈਕਲ ਹੈ ਉਹਨੂੰ ਫੋਲੋ ਕਰਦੇ ਹਾਂ, ਜਿਹਨੂੰ ਆਪਾਂ ਕਹਿੰਦੇ ਹਾਂ ਪ੍ਰੋਗਰਾਮਿੰਗ ਪ੍ਰੋਸੈਸ। ਹੁਣ ਪ੍ਰੋਗਰਾਮਿੰਗ ਪ੍ਰੋਸੈਸ ਤੋਂ ਮਤਲਬ ਕੀ ਹੈ ਕਿ ਤੁਸੀਂ ਇੱਕ ਸੋਫਟਵੇਅਰ ਡਿਵੈਲਪ ਕਰਨਾ ਹੈ, ਇੱਕ ਪ੍ਰੋਗਰਾਮ ਬਣਾਉਣਾ ਹੈ, ਤਾਂ ਉਹਦੇ ਵਾਸਤੇ ਤੁਹਾਨੂੰ ਕੀ ਕਰਨਾ ਪਏਗਾ। ਦੇਖੋ ਆਪਣੇ ਕੋਲ ਕੀ ਹੁੰਦਾ, ਫਸਟ ਇਨ ਆਲ ਆਪਣੇ ਕੋਲ ਆਉਂਦਾ ਰਿਕੁਆਇਰਮੈਂਟ ਐਨਾਲਿਸਿਸ। ਰਿਕੁਆਇਰਮੈਂਟ ਐਨਾਲਿਸਿਸ ਤੋਂ ਮਤਲਬ ਕਿ ਆਪਾਂ ਨੂੰ ਪਹਿਲਾਂ ਇਹ ਆਇਡੈਂਟੀਫਾਈ ਕਰਨਾ ਪਏਗਾ ਕਿ ਆਪਾਂ ਨੂੰ ਜ਼ਰੂਰਤ ਕਿਸ ਚੀਜ਼ ਦੀ ਹੈ, ਆਪਣੀ ਰਿਕੁਆਇਰਮੈਂਟ ਕੀ ਹੈ। ਸਪੋਜ਼ ਤੁਹਾਨੂੰ ਕੋਈ ਇੱਕ ਪਰਸਨ ਕਹਿੰਦਾ ਕਿ ਮੈਨੂੰ ਆਪਣਾ ਸੋਫਟਵੇਅਰ ਚਾਹੀਦਾ ਹੈ, ਇੱਕ ਸੋਫਟਵੇਅਰ ਕਿਸੇ ਨੇ ਤੁਹਾਡੇ ਤੋਂ ਬਣਵਾਉਣਾ ਹੈ, ਲਾਈਕ ਤੁਸੀਂ ਸੋਫਟਵੇਅਰ ਇੰਜੀਨੀਅਰ ਹੋ, ਤਾਂ ਤੁਹਾਨੂੰ ਪਹਿਲੇ ਇਹ ਪਤਾ ਕਰਨਾ ਪਏਗਾ ਕਿ ਉਹਦੀਆਂ ਰਿਕੁਆਇਰਮੈਂਟ ਕੀ ਹੈ, ਉਹਨੂੰ ਕਿਸ ਪਰਪਜ਼ ਵਾਸਤੇ ਚਾਹੀਦਾ ਹੈ, ਉਹਦੀ ਕੀ ਫੰਕਸ਼ਨਿੰਗ ਹੈ ਜਿਹੜੀ ਉਹਨੂੰ ਸੋਫਟਵੇਅਰ ਤੋਂ ਮਿਲਣਾ ਪਏ। ਮਤਲਬ ਉਹਨੂੰ ਕਿਹੜੀਆਂ ਉਹਦੀਆਂ ਰਿਕੁਆਇਰਮੈਂਟਸ ਹੈ ਜਿਹੜੀਆਂ ਤੁਹਾਡਾ ਸੋਫਟਵੇਅਰ ਫੁੱਲਫਿਲ ਕਰੇ। ਦੈਨ ਜਦੋਂ ਤੁਹਾਨੂੰ ਇਹ ਚੀਜ਼ਾਂ ਪਤਾ ਚੱਲ ਜਾਂਦੀਆਂ ਤਾਂ ਤੁਸੀਂ ਉਸ ਚੀਜ਼ ਨੂੰ ਡਿਜ਼ਾਈਨ ਕਰਦੇ ਹੋ। ਸੇਮ ਜਿੱਦਾਂ ਤੁਸੀਂ ਘਰ ਬਣਾਉਣਾ ਹੈ, ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਤੁਹਾਡੀ ਰਿਕੁਆਇਰਮੈਂਟ ਹੈ, ਬਟ ਤੁਸੀਂ ਆਪਣਾ ਘਰ ਖੁਦ ਨਹੀਂ ਬਣਾ ਸਕਦੇ, ਤੁਸੀਂ ਇੱਕ ਮਿਸਤਰੀ ਤੋਂ ਬਣਵਾਉਣਾ ਹੈ ਨਾ, ਬਟ ਉਹ ਵੀ ਉਸ ਚੀਜ਼ ਨੂੰ ਕ੍ਰੀਏਟ ਨਹੀਂ ਕਰ ਸਕਦਾ। ਤੁਸੀਂ ਆਰਕੀਟੈਕਟ ਨੂੰ ਆਪਣੀਆਂ ਰਿਕੁਆਇਰਮੈਂਟ ਦੱਸਦੇ ਹੋ, ਉਹਦੇ ਬੇਸ 'ਤੇ ਉਹ ਡਿਜ਼ਾਈਨ ਤਿਆਰ ਕਰਦਾ ਹੈ। ਇਟ ਮੀਨ ਆਰਕੀਟੈਕਟ ਨੇ ਪਹਿਲਾਂ ਸਾਰੀਆਂ ਰਿਕੁਆਇਰਮੈਂਟ ਇਕੱਠੀਆਂ ਕੀਤੀਆਂ ਕਿ ਤੁਹਾਡੀਆਂ ਨੀਡਸ ਕੀ ਹੈ, ਉਹਦੇ ਬੇਸ 'ਤੇ ਡਿਜ਼ਾਈਨ ਤਿਆਰ ਹੋਇਆ। ਹੁਣ ਆਪਣੀ ਪ੍ਰੋਗਰਾਮਿੰਗ 'ਚ ਵੀ ਇੱਦਾਂ ਹੁੰਦਾ ਹੈ, ਜਦੋਂ ਤੁਹਾਨੂੰ ਇੱਕ ਪਤਾ ਚੱਲ ਗਿਆ ਕਿ ਤੁਹਾਡੀ ਰਿਕੁਆਇਰਮੈਂਟ ਕੀ ਹੈ, ਉਹਦਾ ਡਿਜ਼ਾਈਨ ਤਿਆਰ ਹੋ ਗਿਆ ਕਿ ਤੁਹਾਨੂੰ ਉਹਦੇ ਵਾਸਤੇ ਕੀ ਕੁਛ ਕ੍ਰੀਏਟ ਕਰਨਾ ਪਏਗਾ, ਦੈਨ ਤੁਸੀਂ ਉਹਦੀ
ਉਹਦਾ ਕੋਡ ਕਰਦੇ ਹੋ, ਉਹਦੀ ਕੋਡਿੰਗ ਮਤਲਬ ਕਿ ਤੁਸੀਂ ਉਹਨੂੰ ਪ੍ਰੋਗਰਾਮਿੰਗ ਲੈਂਗੁਏਜ ਦੇ ਅੰਦਰ ਕਨਵਰਟ ਕਰੋਗੇ। ਜਿਵੇਂ ਤੁਸੀਂ C++ ਯੂਜ਼ ਕਰ ਰਹੇ ਹੋ, ਆਪਾਂ ਕੰਮ ਕਰਾਂਗੇ ਤਾਂ ਆਪਾਂ C++ 'ਚ ਇਹਨੂੰ ਡਿਵੈਲਪ ਕਰਾਂਗੇ। ਉਸ ਤੋਂ ਬਾਅਦ ਜਦੋਂ ਆਪਣਾ ਪ੍ਰੋਗਰਾਮ ਬਣ ਗਿਆ ਤਾਂ ਆਪਾਂ ਉਹਨੂੰ ਇੰਪਲੀਮੈਂਟ ਕਰਾਂਗੇ। ਇੰਪਲੀਮੈਂਟ ਮਤਲਬ ਆਪਾਂ ਉਹਨੂੰ ਉਹਦਾ ਕੋਡ ਤਿਆਰ ਕੀਤਾ, ਕੋਡ ਤਿਆਰ ਕਰਕੇ ਆਪਾਂ ਉਹਨੂੰ ਰਨ ਕਰਤਾ, ਉਹਨੂੰ ਵਰਕਿੰਗ 'ਚ ਲੈ ਆਏ। ਦੈਨ ਆਪਾਂ ਉਹਨੂੰ ਟੈਸਟ ਕਰਾਂਗੇ ਕਿ ਜੋ ਆਪਾਂ ਆਪਣਾ ਪ੍ਰੋਗਰਾਮ ਬਣਾਇਆ ਕਿ ਵਾਕਿਆ ਹੀ ਉਹ ਆਪਣਾ ਸਹੀ ਚੱਲ ਰਿਹਾ। ਹੁਣ ਟੈਸਟਿੰਗ ਦੇ ਅੰਦਰ ਹੋ ਸਕਦਾ ਕਿ ਆਪਣਾ ਪ੍ਰੋਗਰਾਮ ਸਹੀ ਨਾ ਚੱਲੇ, ਕਲੀਅਰ। ਤਾਂ ਉਸ ਕੇਸ 'ਚ ਆਪਾਂ ਉਸ ਪ੍ਰੋਗਰਾਮ ਨੂੰ ਦੁਬਾਰਾ ਸਹੀ ਕਰਾਂਗੇ, ਫਿਰ ਟੈਸਟ ਕਰਾਂਗੇ। ਇਸ ਕੰਮ ਨੂੰ ਆਪਾਂ ਉਦੋਂ ਤੱਕ ਰਿਪੀਟ ਕਰਾਂਗੇ ਜਦੋਂ ਤੱਕ ਆਪਣਾ ਪ੍ਰੋਗਰਾਮ ਸਹੀ ਬਣ ਨਹੀਂ ਜਾਂਦਾ, ਕਲੀਅਰ। ਤਾਂ ਜੇ ਆਪਣੇ ਪ੍ਰੋਗਰਾਮ ਦੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਮਿਸਟੇਕ ਆਉਂਦੀ ਹੈ ਤਾਂ ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਐਰਰ, ਅਤੇ ਉਹਨੂੰ ਆਪਾਂ ਸੋਲਵ ਕਰਦੇ ਹਾਂ। ਸੋਲਵ ਕਰਨ ਵਾਸਤੇ ਆਪਾਂ ਜਿਹੜਾ ਪ੍ਰੋਸੈਸ ਯੂਜ਼ ਕਰਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਡੀਬਗਿੰਗ, ਕਿਉਂਕਿ ਆਪਣੀ ਟੈਕਨੀਕਲ ਲੈਂਗੁਏਜ ਦੇ ਅੰਦਰ ਆਪਾਂ ਜਿਹੜੀਆਂ ਆਪਣੀਆਂ ਗਲਤੀਆਂ ਹੈ, ਜਿਹੜੀਆਂ ਐਰਰਸ ਹੈ, ਉਹਨਾਂ ਨੂੰ ਆਪਾਂ ਬਗਸ ਵੀ ਕਹਿੰਦੇ ਹਾਂ। ਤਾਂ ਉਹਨਾਂ ਨੂੰ ਰਿਮੂਵ ਕਰਨ ਵਾਸਤੇ ਆਪਾਂ ਡੀਬਗਿੰਗ ਯੂਜ਼ ਕਰਦੇ ਹਾਂ। ਦੈਨ ਆਪਾਂ ਆਪਣੇ ਜੋ ਵੀ ਸੋਫਟਵੇਅਰ ਬਣਾਇਆ ਹੈ ਉਹਨੂੰ ਡਿਪਲੋਏ ਕਰਦੇ ਹਾਂ, ਉਹਨੂੰ ਯੂਜ਼ ਕਰਦੇ ਹਾਂ ਜਿੱਥੇ ਵੀ ਚਾਹੀਦਾ। ਸਪੋਜ਼ ਤੁਹਾਡੇ ਤੋਂ ਮੈਂ ਸੋਫਟਵੇਅਰ ਬਣਵਾ ਰਹੀ ਹਾਂ ਤਾਂ ਤੁਸੀਂ ਮੈਨੂੰ ਦਿਓਗੇ, ਮੇਰੇ ਕੋਲ ਇੰਸਟਾਲ ਕਰੋਗੇ। ਉਸ ਤੋਂ ਬਾਅਦ ਜੇ ਵਰਕਿੰਗ 'ਚ ਮੈਨੂੰ ਕੋਈ ਦਿੱਕਤ ਵੀ ਆਉਂਦੀ ਹੈ ਦੈਨ ਮੇਨਟੇਨੈਂਸ, ਉਹਦੀ ਮੇਨਟੇਨੈਂਸ ਵੀ ਇੱਕ ਪ੍ਰੋਗਰਾਮਰ ਹੀ ਕਰੇਗਾ। ਓਕੇ, ਆਈ ਥਿੰਕ ਤੁਸੀਂ ਇਹਨੂੰ ਅੰਡਰਸਟੈਂਡ ਕਰ ਰਹੇ ਹੋਵੋਗੇ। ਤਾਂ ਇਹ ਆਪਣਾ ਸਟਾਰਟਿੰਗ ਇੰਟਰੋਡਕਸ਼ਨ ਸੀ ਕਿ ਆਪਣੀ ਪ੍ਰੋਗਰਾਮਿੰਗ ਕੀ ਹੈ, ਕਿਉਂ ਆਪਾਂ ਪ੍ਰੋਗਰਾਮਿੰਗ ਲੈਂਗੁਏਜ ਯੂਜ਼ ਕਰਦੇ ਹਾਂ, ਇਹਦੀਆਂ ਆਪਣੀਆਂ ਨੀਡਸ ਕੀ ਹੈ। ਦੈਨ ਫਰਦਰ ਆਪਾਂ ਆਪਣੀ ਪ੍ਰੋਗਰਾਮਿੰਗ ਸਟਾਰਟ ਕਰਾਂਗੇ ਕਿ C++ ਇਨਵਾਇਰਮੈਂਟ ਦੇ ਅੰਦਰ ਆਪਾਂ ਕਿਸ ਤਰੀਕੇ ਨਾਲ ਕੰਮ ਕਰਨਾ ਹੈ। ਓਕੇ ਬੱਚਿਓ, ਆਈ ਥਿੰਕ ਤੁਹਾਨੂੰ ਸਮਝ ਆ ਗਿਆ ਹੋਏਗਾ। ਓਕੇ, ਥੈਂਕ ਯੂ।